हेलो स्टूडेंट्स। लास्ट टाइम एटॉमिक स्ट्रक्चर ਦੇ ਵਿੱਚ ਮੈਂ ਤੁਹਾਨੂੰ ਅਪ ਟੂ ਨੀਲ ਬੋਹਰ ਤੱਕ ਕੰਮ ਕਰਾਇਆ ਸੀਗਾ, ਜਿਹਦੇ 'ਚ ਤੁਸੀਂ ਐਟੋਮਿਕ ਨੰਬਰ ਮਾਸ ਨੰਬਰ ਦੇ ਬਾਰੇ ਥੋੜਾ ਜਿਹਾ ਨੌਲੇਜ ਜਿਹੜੀ ਹੈ ਉਹ ਦਿੱਤੀ ਸੀਗੀ ਕਿ ਵਾਟ ਇਜ਼ ਐਟੋਮਿਕ ਨੰਬਰ, ਵਾਟ ਇਜ਼ ਮਾਸ ਨੰਬਰ, ਫਿਰ ਨੰਬਰ ਆਫ ਨਿਊਟਰੋਨਸ ਨੂੰ ਕੈਲਕੂਲੇਟ ਕਰਨਾ ਵੀ ਮੈਂ ਤੁਹਾਨੂੰ ਦੱਸਿਆ ਸੀਗਾ। ਦੇਖੋ ਇਸ ਲੈਸਨ ਦੇ ਵਿੱਚ ਹਿਸਟੋਰੀਕਲ ਬੈਕਗਰਾਉਂਡ ਜਿਹੜਾ ਉਹ ਡਿਸਕਸ ਹੋ ਰਿਹਾ ਹੈ ਰਿਗਾਰਡਿੰਗ ਐਟਮ, ਉਹਦੀ ਸਟਰਕਚਰ ਦੇ। ਨੀਲ ਬੋਹਰ ਨੇ ਜਿਹੜਾ ਕਨਸੈਪਟ ਦਿੱਤਾ ਸੀਗਾ ਕਿ ਜਿਹੜਾ ਨਿਊਕਲੀਅਸ ਹੈ ਉਹ ਸੈਂਟਰਲ ਪਾਰਟ ਹੈ ਐਟਮ ਦਾ, ਤੇ ਇਲੈਕਟ੍ਰੋਨ ਜਿਹੜਾ ਉਹ ਬਾਹਰ ਇਨਵੋਲਵ ਕਰਦਾ ਹੈ ਇੱਕ ਫਿਕਸਡ ਪਾਥ ਵਿੱਚ, ਜਿਹਨੂੰ ਅਸੀਂ ਆਰਬਿਟ ਕਹਿੰਦੇ ਹਾਂ। ਪਰ ਲੇਕਿਨ ਜਿਸ ਤਰ੍ਹਾਂ ਰਿਜ਼ਲਟਸ ਆਏ ਜਾਂ ਅੱਗੇ ਡਿਸਕਸ਼ਨ ਹੋਈ, ਤੇ ਇੱਕ ਚੀਜ਼ ਸਾਇੰਟਿਸਟਾਂ ਨੇ ਨੋਟ ਕੀਤੀ ਕਿ ਐਟਮੋਸਫੀਅਰ ਇਜ਼ ਫੁੱਲ ਆਫ ਐਟਮਸ। ਐਟਮੋਸਫੀਅਰ ਦੇ ਵਿੱਚ ਸੋ ਮੈਨੀ ਗੈਸਿਸ ਆਰ ਦੇਅਰ, ਉਹ ਫੁੱਲ ਆਫ ਐਟਮ ਹੈ, ਬੜੀ ਤਰ੍ਹਾਂ ਦੇ ਐਟਮ ਨੇ, ਗੈਸੀਅਸ ਐਟਮ ਜਿਹੜੇ ਨੇ ਬੜੀ ਤਰ੍ਹਾਂ ਦੇ ਨੇ, ਤੇ ਕੁਝ ਰੇਡੀਏਸ਼ਨਸ ਜਿਹੜੀਆਂ ਨੇ, ਜਿਹੜੀ ਸਨਲਾਈਟ ਆ ਰਹੀ ਹੈ ਸਾਡੇ ਤੱਕ, ਉਹ ਇਹਨਾਂ ਦੇ ਵਿੱਚੋਂ ਦੀ ਨਿਕਲ ਕੇ ਆ ਰਹੀ ਹੈ, ਤੇ ਦੈਟ ਰੇਡੀਏਸ਼ਨ ਹੈਵ ਏ ਡਿਫਰੈਂਟ ਕਰੈਕਟਰ। ਜਿਹੜੀ ਸਨਲਾਈਟ ਸਾਡੇ ਤੱਕ ਪਹੁੰਚਦੀ ਪਈ ਹੈ ਉਹਦੇ ਡਿਫਰੈਂਟ ਕਰੈਕਟਰ ਨੇ। ਸਿੰਪਲੈਸਟ ਮੀਡੀਆ ਜਿਹੜਾ ਐਟਮ ਦਾ, ਉਹ ਇਹਨਾਂ ਐਟਮੋਸਫੇਰਿਕ ਗੈਸਿਸ ਨੂੰ ਜਾਂ ਇਹਨਾਂ ਦੇ ਜਿਹੜੇ ਐਟਮਸ ਨੇ, ਇਹਨਾਂ ਮੀਡੀਆ ਲੈ ਕੇ ਕੁਝ ਰਿਜ਼ਲਟ ਜਿਹੜੇ ਨੇ ਜਾਂ ਕੁਝ ਐਕਸਪੈਰੀਮੈਂਟਸ ਜਿਹੜੇ ਨੇ ਉਹ ਲਾਈਟ ਦੇ ਉੱਤੇ ਕੀਤੇ ਗਏ। ਲਾਈਟ ਜਿਹੜੀ ਹੈ ਸਾਡੇ ਤੱਕ ਆ ਰਹੀ, ਉਹ ਇਨ ਦੀ ਫਾਰਮ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੁੰਦੀ ਹੈ। ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ ਮਤਲਬ ਹੁੰਦਾ ਹੈ ਇਲੈਕਟ੍ਰੋ ਤੇ ਮੈਗਨੈਟਿਕ, ਇਹ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ। ਇਲੈਕਟ੍ਰੋਮੈਗਨੈਟਿਕ ਦਾ ਮਤਲਬ ਹੈ ਜਿਸ ਰੇਡੀਏਸ਼ਨ ਦਾ ਇੱਕ ਇਲੈਕਟ੍ਰਿਕ ਫੀਲਡ ਵੀ ਹੈ ਤੇ ਮੈਗਨੈਟਿਕ ਫੀਲਡ ਵੀ ਹੈ। ਉਹਨਾਂ ਨੂੰ ਅਸੀਂ ਕਹਿੰਦੇ ਹਾਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ। ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦੇ ਵਿੱਚ ਜਿਹੜੇ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਹੁੰਦੇ ਨੇ, ਉਹ ਇੱਕ ਦੂਸਰੇ ਦੇ ਉੱਤੇ ਪਰਪੈਂਡੀਕੂਲਰ ਹੁੰਦੇ ਨੇ। ਠੀਕ ਹੈ, ਕਿ ਮੰਨ ਲਓ ਇੱਕ ਇਲੈਕਟ੍ਰਿਕ ਫੀਲਡ ਹੈ, ਦੂਸਰਾ ਜਿਹੜਾ ਉਹ ਕੋਈ ਰੇਡੀਏਸ਼ਨ ਪ੍ਰੋਪਗੇਟ ਹੋ ਰਹੀ ਸਾਡੇ ਤੱਕ, ਇਹਦੇ 'ਚ ਇੱਕ ਇਲੈਕਟ੍ਰਿਕ ਫੀਲਡ ਤੇ ਇੱਕ ਮੈਗਨੈਟਿਕ ਫੀਲਡ ਜਿਹੜਾ ਉਹ ਇੱਕ ਦੂਜੇ ਦੇ ਪਰਪੈਂਡੀਕੂਲਰ ਸਾਈਮਲਟੇਨੀਅਸ ਜਿਹੜੇ ਨੇ ਉਹ ਨਾਲ ਚੱਲਦੇ ਨੇ। ਇਹਨਾਂ ਦੀ ਇਨਫੋਰਮੇਸ਼ਨ ਦੇ ਨਾਲ ਐਟੋਮਿਕ ਸਟਰਕਚਰ ਦੇ ਉੱਤੇ ਕਈ ਹੋਰ ਐਕਸਪੈਰੀਮੈਂਟ ਹੋਏ, ਤੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦੀ ਮਦਦ ਦੇ ਨਾਲ ਜਾਂ ਇਹਨਾਂ ਦੇ ਐਕਸਪੈਰੀਮੈਂਟਸ ਦੇ ਨਾਲ ਬੋਰ ਨੇ ਜਾਂ ਬੋਰ ਦੇ ਅੱਗੇ ਐਟੋਮਿਕ ਮਾਡਲ ਦੇ ਵਿੱਚ ਕੁਝ ਡਿਵੈਲਪਮੈਂਟਸ ਹੋਈਆਂ। ਅੱਜ ਅਸੀਂ ਉਹ ਡਿਸਕਸ ਕਰਨੀ ਹੈ, ਦੈਟ ਇਜ਼ ਡਿਵੈਲਪਮੈਂਟ ਲੀਡਿੰਗ ਟੂ ਬੋਹਰਸ ਮਾਡਲ ਆਫ ਐਟਮ। ਕਿਹੜੀਆਂ ਡਿਵੈਲਪਮੈਂਟਸ ਹੋਈਆਂ ਜਿਨ੍ਹਾਂ ਨਾਲ ਬੋਰ ਦਾ ਐਟੋਮਿਕ ਮਾਡਲ ਜਿਹੜਾ ਉਹ ਅੱਗੇ ਡਿਸਕਸ਼ਨ ਦੇ ਵਿੱਚ ਆਇਆ, ਜਾਂ ਉਹਦੀਆਂ ਅੱਗੇ ਡਿਸਕਸ਼ਨਸ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਹੋਈਆਂ। ਦੋ ਮੇਨ ਜਿਹੜੇ ਨੇ ਉਹ ਪਹਿਲੂ ਸੀਗੇ ਇਹਦੇ, ਇੱਕ ਤੇ ਸੀਗਾ ਡਿਊਲ ਨੇਚਰ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ। ਜਿਹੜੀ ਮੈਂ ਤੁਹਾਨੂੰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦੀ ਗੱਲ ਕੀਤੀ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਇਜ਼ ਸਿੰਪਲੀ ਸਨਲਾਈਟ, ਜਿਹੜੀ ਲਾਈਟ ਸਾਡੇ ਤੱਕ ਪਹੁੰਚਦੀ ਹੈ। ਡਿਊਲ ਨੇਚਰ, ਡਿਊਲ ਦਾ ਮਤਲਬ ਹੁੰਦਾ ਡਬਲ। ਡਿਊਲ ਦਾ ਮਤਲਬ ਦੋ ਨੇਚਰ ਹੋਣ ਜਿਹੜੀਆਂ, ਡਬਲ। ਇੱਕ ਪਾਰਟੀਕਲ ਨੇਚਰ as well as wave nature। ਡਿਊਲ ਦਾ ਮਤਲਬ ਦੋ, ਜਿਸ ਤਰ੍ਹਾਂ ਡਿਊਲ ਸਿਮ ਮੋਬਾਈਲ, ਦੋ ਸਿਮ ਕਾਰਡ ਦੇ ਵਿੱਚ ਚੱਲਦੇ ਆ। ਡਿਊਲ ਨੇਚਰ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ। ਕੁਝ ਐਕਸਪੈਰੀਮੈਂਟਸ ਜਿਹੜੇ ਨੇ ਉਹ ਰੇਡੀਏਸ਼ਨਸ ਦੇ ਉੱਤੇ ਹੋਏ, ਜਿਹੜੇ ਕਿ ਡਿਊਲ ਨੇਚਰ ਨੂੰ ਦੱਸਦੇ ਸੀ ਕਿ ਜਿਹੜੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਸਾਡੇ ਤੱਕ ਪਹੁੰਚਦੀ ਪਈ ਹੈ, ਉਹ ਇਨ ਦੀ ਫਾਰਮ ਆਫ ਵੇਵ ਔਰ ਪਾਰਟੀਕਲ। ਉਹਦੀਆਂ ਦੋ ਨੇਚਰਸ ਨੇ, ਉਹ ਵੇਵ ਦੀ ਤਰ੍ਹਾਂ ਵੀ ਬਿਹੇਵ ਕਰਦੀ ਹੈ ਤੇ ਉਹ ਪਾਰਟੀਕਲ ਦੀ ਤਰ੍ਹਾਂ ਵੀ ਬਿਹੇਵ ਕਰਦੀ ਹੈ। ਦੈਟ ਇਜ਼ ਡਿਊਲ ਨੇਚਰ, ਡਿਊਲ ਨੇਚਰ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ। ਤੇ ਦੂਸਰਾ ਫੈਕਟਰ ਸੀਗਾ ਜਾਂ ਦੂਸਰਾ ਪੁਆਇੰਟ ਸੀਗਾ ਕੁਆਂਟਾਈਜ਼ਡ ਇਲੈਕਟ੍ਰੋਨਿਕ એનર્ਜੀ ਲੈਵਲ ਆਫ ਇਨ ਐਨ ਐਟਮ। ਕੁਝ ਐਕਸਪੈਰੀਮੈਂਟਲ ਰਿਜ਼ਲਟ ਜਿਹੜੇ ਨੇ ਐਟੋਮਿਕ ਸਪੈਕਟਰਾ ਦੇ ਸੀਗੇ। ਐਟੋਮਿਕ ਸਪੈਕਟਰਾ ਦਾ ਮਤਲਬ ਹੁੰਦਾ ਹੈ ਕਿ ਇੱਕ ਪ੍ਰੋਪਰ ਜੋ ਵੀ ਉਸ ਰੇਡੀਏਸ਼ਨਸ ਦੇ ਵਿੱਚ ਹੈਗਾ, ਸਾਨੂੰ ਪਤਾ ਲੱਗ ਜਾਵੇ ਕਿ ਉਹ ਰੇਡੀਏਸ਼ਨਸ ਦੇ ਵਿੱਚੋਂ ਕੀ ਨਿਕਲਦਾ ਪਿਆ। ਇਹ ਡਿਟੇਲ ਮੈਂ ਤੁਹਾਨੂੰ ਬਾਅਦ ਦੱਸਾਂਗਾ। ਉਹਦਾ ਕੁਆਂਟਾਈਜ਼ ਦਾ ਮਤਲਬ ਹੈ ਇਕੁਅਲ એનર્ਜੀ ਦੇ ਉੱਤੇ, ਕੁਆਂਟਾਈਜ਼ਡ ਇਲੈਕਟ੍ਰੋਨਿਕ એનર્ਜੀ ਲੈਵਲਸ ਇਨ ਐਟਮਸ। ਇੱਕ ਪ੍ਰੋਪਰ એનર્ਜੀ ਹੈ ਉਹਨਾਂ
ਲੈਵਲਸ ਦੀ, ਕਿਉਂਕਿ ਆਰਬਿਟ ਦੀ ਗੱਲਬਾਤ ਹੋ ਰਹੀ ਸੀ ਕਿ ਵਿਚਕਾਰ ਨਿਊਕਲੀਅਸ ਹੈ, ਜਿਹੜੇ ਆਰਬਿਟ ਨੇ ਉਹ ਬਾਹਰਲੇ ਪਾਸੇ ਨੇ, ਤੇ ਕੁਆਂਟਾਈਜ਼ਡ ਇਲੈਕਟ੍ਰੋਨਿਕ એનર્ਜੀ ਇਹ એનર્ਜੀ ਲੈਵਲ ਨੇ, ਪਰ ਇੱਕ ਪ੍ਰੋਪਰ એનર્ਜੀ ਇਹਨਾਂ ਦੀ ਹੈਗੀ ਹੈ, ਉਹਦੇ ਬਾਰੇ ਡਿਸਕਸ਼ਨ ਹੋਏਗੀ, ਉਹਦੇ ਬਾਰੇ ਅੱਗੇ ਜਿਹੜੀ ਡਿਟੇਲ ਆਏਗੀ। ਇਹਦੇ 'ਚ ਜਿਹੜਾ ਡਿਊਲ ਨੇਚਰ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਸੀਗੀਆਂ, ਰੇਡੀਏਸ਼ਨਸ ਦੇ ਉੱਤੇ, ਲਾਈਟ ਦੇ ਉੱਤੇ ਕੁਝ ਹੋਰ ਵੀ ਐਕਸਪੈਰੀਮੈਂਟਸ ਹੋਏ। ਵੈਸੇ ਜਿਹੜੀ ਡਿਊਲ ਨੇਚਰ ਹੈ, ਤੁਹਾਨੂੰ ਮੈਂ ਹੁਣ ਥੋੜ੍ਹਾ ਜਿਹਾ ਇਹਦੇ ਬਾਰੇ ਦੱਸਦਾ ਚਾਹਾਂ ਕਿ ਦੋ ਐਕਸਪੈਰੀਮੈਂਟ ਸੀਗੇ, ਕੁਝ ਐਕਸਪੈਰੀਮੈਂਟ ਸੀਗੇ, ਨਾਟ ਟੂ ਐਕਸਪੈਰੀਮੈਂਟਸ, ਕੁਝ ਐਕਸਪੈਰੀਮੈਂਟ ਸੀਗੇ ਜਿਹੜੇ ਕਿ ਐਕਸਪਲੇਨ ਕਰਦੇ ਸੀਗੇ ਲਾਈਟ ਦਾ ਪਾਰਟੀਕਲ ਨੇਚਰ। ਕੁਝ ਐਕਸਪੈਰੀਮੈਂਟ ਸੀਗੇ ਜਿਹੜੇ ਕਿ ਲਾਈਟ ਦਾ ਨੇਚਰ, ਵੇਵ ਨੇਚਰ ਸ਼ੋ ਕਰਦੇ ਸੀਗੇ। ਡਿਊਲ ਕਰੈਕਟਰ ਆ ਗਿਆ, ਕੰਟਰਾਡਿਕਸ਼ਨ ਆ ਗਿਆ ਦੋਵਾਂ ਦੇ ਵਿੱਚ। ਉਹਨਾਂ ਐਕਸਪੈਰੀਮੈਂਟਸ ਦੇ ਵਿੱਚ ਇੰਟਰਫੇਰੈਂਸ ਤੇ ਡਿਫਰੈਕਸ਼ਨ ਜਿਹੜੇ ਐਕਸਪੈਰੀਮੈਂਟ ਸੀਗੇ ਉਹ ਸ਼ੋ ਕਰਦੇ ਸੀਗੇ ਵੇਵ ਨੇਚਰ ਲਾਈਟ ਦੀ, ਤੇ ਬਲੈਕ ਬੋਡੀ ਰੇਡੀਏਸ਼ਨ ਤੇ ਫੋਟੋ ਇਲੈਕਟ੍ਰਿਕ ਇਫੈਕਟ ਜਿਹੜੇ ਸੀਗੇ ਉਹ ਪਾਰਟੀਕਲ ਨੇਚਰ ਨੂੰ ਦਰਸਾਉਂਦੇ ਸੀਗੇ। ਠੀਕ ਹੈ, ਇਹਨਾਂ ਦੀ ਡਿਟੇਲ ਵੀ ਆਏਗੀ, ਪਰ ਬਹੁਤੀ ਨਹੀਂ ਹੈ, ਥੋੜ੍ਹਾ ਥੋੜ੍ਹਾ ਤੁਹਾਨੂੰ ਜ਼ਰੂਰ ਮੈਂ ਐਕਸਪਲੇਨ ਕਰਾਂਗਾ। ਪਹਿਲੇ ਫੈਕਟਰ ਦੇ ਅਕੋਰਡਿੰਗਲੀ ਜਿਹੜਾ ਪਹਿਲਾ ਡਿਵੈਲਪਮੈਂਟ ਸੀਗੀ ਉਹਦੇ ਅਕੋਰਡਿੰਗਲੀ ਅਸੀਂ ਪਹਿਲੇ ਡਿਸਕਸ਼ਨ ਕਰਾਂਗੇ, ਤੇ ਲਾਈਟ ਦੇ ਜਿਹੜੇ ਕਰੈਕਟਰ ਨੇ ਉਹ ਡਿਸਕਸ਼ਨ ਦੇ ਵਿੱਚ ਆਉਣਗੇ। that is wave nature of electromagnetic radiation, that is electromagnetic wave theory, electromagnetic wave theory कि जड़ी लाइट साढ़े तक आती है वो इन दी फॉर्म ऑफ वेव आती है। वेव इस तरह चलती इन दी फॉर्म ऑफ वेव। जिस तरह मान लो स्टेशनरी पानी है, किसी पौंड का पानी है, तलाब का पानी है, सरोवर का पानी है, ਉਹਦੇ 'ਚ ਤੁਸੀਂ ਕੋਈ ਪਾਰਟੀਕਲ ਜਿਹੜਾ ਸੁੱਟਦੇ ਹੋ, ਕੋਈ ਵੱਟਾ ਸੁੱਟਦੇ ਹੋ, ਤੇ ਇੱਕ ਲਹਿਰ ਜਿਹੜੀ ਆ ਉਹ ਪੈਦਾ ਹੋ ਜਾਂਦੀ ਹੈ, ਦੈਟ ਇਜ਼ ਵੇਵ। ਮੰਨ ਲਓ ਇੱਕ ਹੋਰ ਐਗਜ਼ਾਮਪਲ ਲਓ, ਇੱਕ ਜਗ੍ਹਾ ਤੁਸੀਂ ਇੱਕ ਰੱਸੀ ਬੰਨ੍ਹ ਦਿੰਦੇ ਹੋ, ਰੱਸੀ ਨੂੰ ਤੁਸੀਂ ਲਗਾਤਾਰ ਇਸ ਤਰੀਕੇ ਨਾਲ ਹਿਲਾਉਂਦੇ ਹੋ ਤੇ ਵੇਵ ਇੱਕ ਬਣ ਜਾਂਦੀ ਹੈ। ਜਸਟ ਲਾਈਕ ਦੈਟ ਕਿ ਲਾਈਟ ਜਿਹੜੀ ਸਾਡੇ ਤੱਕ ਆ ਰਹੀ ਹੈ ਉਹ ਇਨ ਦੀ ਫਾਰਮ ਆਫ ਵੇਵ ਆ ਰਹੀ ਹੈ। ਠੀਕ ਹੈ, ਹੁਣ ਅੱਗੇ ਆ ਜਾਂਦੇ ਨੇ ਕਰੈਕਟਰਿਸਟਿਕਸ। ਇਹਨਾਂ ਦੇ ਕਰੈਕਟਰਿਸਟਿਕਸ ਦੇ ਵਿੱਚ ਗੱਲ ਆ ਜਾਂਦੀ ਹੈ ਕਿ ਜਿਹੜੀ ਲਾਈਟ ਸਾਡੇ ਤੱਕ ਪਹੁੰਚ ਰਹੀ ਹੈ ਉਹਦਾ ਉੱਪਰਲਾ ਹਿੱਸਾ ਉਹਨੂੰ ਅਸੀਂ ਬੋਲਦੇ ਹਾਂ ਕ੍ਰੈਸਟ। ਕ੍ਰੈਸਟ ਤੇ ਥੱਲੇ ਦਾ ਹਿੱਸਾ ਜਿਹੜਾ ਉਹਨੂੰ ਬੋਲਦੇ ਟਰਫ। ਟਰਫ, TROUGH, ਟਰਫ। ਵੇਵ ਦੀ ਉਚਾਈ ਜਾਂ ਟਰਫ ਦੀ ਗਹਿਰਾਈ ਨੂੰ ਅਸੀਂ ਬੋਲਦੇ ਹਾਂ ਐਂਪਲੀਟਿਊਡ। ਐਂਪਲੀਟਿਊਡ ਵੇਵ ਦੀ ਉਚਾਈ ਜਾਂ ਕ੍ਰੈਸਟ ਦੀ ਉਚਾਈ ਜਾਂ ਟਰਫ ਦੀ ਗਹਿਰਾਈ ਨੂੰ ਐਂਪਲੀਟਿਊਡ ਬੋਲਦੇ। ਠੀਕ ਹੈ, ਇੱਕ ਕ੍ਰੈਸਟ ਤੋਂ ਦੂਸਰੀ ਕ੍ਰੈਸਟ, ਇੱਕ ਕ੍ਰੈਸਟ ਤੋਂ ਦੂਸਰੀ ਕ੍ਰੈਸਟ ਦਾ ਜਿਹੜਾ ਡਿਸਟੈਂਸ ਹੁੰਦਾ ਉਹਨੂੰ ਅਸੀਂ ਬੋਲਦੇ ਹਾਂ ਵੇਵ ਲੈਂਥ। ਜਾਂ ਇੱਕ ਟਰਫ ਤੋਂ ਦੂਸਰੀ ਟਰਫ ਦਾ ਜਿਹੜਾ ਡਿਸਟੈਂਸ ਹੈ ਉਹਨੂੰ ਅਸੀਂ ਬੋਲਦੇ ਹਾਂ ਵੇਵ ਲੈਂਥ। ਵੇਵ ਲੈਂਥ ਕਿੰਨੀ ਹੈ? ਠੀਕ ਹੈ, ਮੈਂ ਪਹਿਲੇ ਐਕਸਪਲੇਨ ਕਰਾਂਗਾ ਵੇਵ ਲੈਂਥ। ਪਹਿਲਾ ਕਰੈਕਟਰ ਹੈ, ਕਰੈਕਟਰਸ ਹੈਡਿੰਗ ਦੇ ਲਓ, ਕਰੈਕਟਰਸ ਆਫ ਲਾਈਟ ਸੇ ਔਰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ। ਤੁਸੀਂ ਇਸ ਤਰ੍ਹਾਂ ਵੀ ਕਰ ਰਹੇ ਹੋ। ਕਰੈਕਟਰਸ ਆਫ ਵੇਵ ਮੋਸ਼ਨ ਵੀ ਲਿਖਿਆ ਆ ਕਿ ਕਿਤਾਬਾਂ ਨੇ। ठीक है, या फंडामेंटल करैक्टरिस्टिक्स ऑफ वेव्स भी कह सकते हैं, करैक्टरिस्टिक्स ऑफ लाइट और इलेक्ट्रोमैग्नेटिक रेडिएशन। ठीक है, एच पहला करैक्टर है वेव लेंथ।
वेवलेंथ जिवें मैं तुहानूं दस्सिया, इट इज़ द डिस्टेंस बिटवीन एनी टू कंजक्टिव क्रेस्ट्स और ट्रफ्स। उस डिस्टेंस को असीं जिहड़ा वेवलेंथ कहने लिख दें। वेवलेंथ इज डिस्टेंस बिटवीन टू कंजक्टिव क्रेस्ट्स और ट्रफ्स। ठीक है, ਇਹਨੂੰ ਅਸੀਂ ਵੇਵਲੈਂਥ ਕਹਿੰਦੇ ਤੇ ਇਹਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਵਿਦ ਦਿਸ ਸਾਈਨ। ਦਿਸ ਸਾਈਨ, ਇਹ ਸਾਈਨ ਨੂੰ ਲੈਮਡਾ, ਲੈਟਿਨ ਲੈਂਗੁਏਜ ਹੈ, ਲੈਮਡਾ ਦੇ ਨਾਲ ਜਿਹੜਾ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਦਿਸ ਵੇਵਲੈਂਥ मैं ਹੁਣ ਸਾਈਨ ਪਾਤਾ ਲੈਮਡਾ। ਠੀਕ ਹੈ, ਤੇ ਇਹਨਾਂ ਦੇ ਜਿਹੜੇ ਯੂਨਿਟਸ ਹੁੰਦੇ ਨੇ ਉਹ ਮੀਟਰਸ ਦੇ ਵਿੱਚ ਹੁੰਦੇ ਨੇ। ਵੇਵਲੈਂਥ ਜਿਹੜੀ ਹੈ ਉਹ ਮੀਟਰਸ ਦੇ ਵਿੱਚ ਕੈਲਕੂਲੇਟ ਕੀਤੀ ਜਾਂਦੀ ਹੈ। ਆਂਗਸਟ੍ਰਾਮ ਦੇ ਵਿੱਚ ਵੀ ਕੈਲਕੂਲੇਟ ਮੀਟਰਸ ਦੇ ਵਿੱਚ ਜਦੋਂ ਗੱਲ ਆ ਜਾਂਦੀ ਹੈ, ਅੱਗੇ ਇਹਨਾਂ ਦੇ ਯੂਨਿਟ ਜਿਹੜੇ ਨੇ ਉਹ भी आ जाते हैं। 1 angstrom इज इक्वल टू 10 रेज़ टू पावर माइनस 10 मीटर। ठीक है, 1 पिकोमीटर इज इक्वल टू 10 रेज़ टू पावर माइनस 12 मीटर। इस तरीके नाल 1 नैनोमीटर इज इक्वल टू 10 रेज़ टू पावर माइनस 9 मीटर। इन्हां दे यूनिट जिहड़े ने वो मीटर्स दे विच हुंदे ने, इन्हां नूं मीटर दे विच कैलकुलेट कीता जांदा है। Second factor is frequency। frequency frequency ਹੁੰਦਾ कि एक पर्टिकुलर पॉइंट तो एक वेव कितनी बारी लंघदी है, दैट इज इट्स फ्रीक्वेंसी। एक पर्टिकुलर पॉइंट, मान लो इस पॉइंट तो वेव कितनी बारी लंघ रही है, लगातार वेव चल रही है, वेव चल रही है लगातार, कितनी बारी लंघती है, दैट इज इट्स फ्रीक्वेंसी। इट इज़ रिप्रजेंटेड बाय न्यू। आ देखो वी नहीं है, ए न्यू है, एन यू, न्यू ना रिप्रजेंट किया जाता है। यह शब्द ने स्पैशल वर्ड्स ने, लैटिन लैंग्वेज के वर्ड्स ने, इन्होंने तुसी इस तरह ही बनाना है। ਇਹ ਨਿਊ ਹੈ, ਇਹਨੂੰ ਕਦੀ ਵੀ ਤੁਸੀਂ ਵੀ ਨਹੀਂ ਪਾ ਸਕਦੇ, ਵੀ ਪਾਓਗੇ ਤੇ ਗਲਤ ਹੋ ਜਾਏਗਾ। ਨਿਊ, ਠੀਕ ਹੈ। ਟੈਕਨੀਕਲ ਇਹਦੀ ਡੈਫੀਨੇਸ਼ਨ ਨੋਟ ਕਰ ਲਓ। ਦ ਨੰਬਰ ਆਫ ਟਾਈਮਸ a wave possesses a wave passes a given point in 1 second। एक सैकेंड ਦੇ ਵਿੱਚ एक पर्टिकुलर पॉइंट ਤੋਂ ਕਿੰਨੀ ਵਾਰੀ ਵੇਵ ਲੰਘਦੀ ਹੈ ਉਹ ਉਹਦੀ ਫ੍ਰੀਕੁਐਂਸੀ ਹੁੰਦੀ ਹੈ। ਠੀਕ ਹੈ, ਫ੍ਰੀਕੁਐਂਸੀ ਇਹਦਾ ਮਤਲਬ ਜਿੰਨੀ ਜ਼ਿਆਦਾ ਹੋਏਗੀ ਇਹਦਾ ਮਤਲਬ ਵੇਵ ਉਨੀ ਤੇਜ਼ੀ ਨਾਲ ਜਿਹੜੀ ਉਹ ਲੰਘਦੀ ਪਈ ਹੈ। ਇਹਨਾਂ ਦੇ ਯੂਨਿਟਸ ਜਿਹੜੇ ਨੇ ਉਹ ਹਰਟਜ਼ ਵਿੱਚ ਕੈਲਕੂਲੇਟ ਕੀਤੇ ਜਾਂਦੇ ਆ। ਹਰਟਜ਼ ਤੇ ਹਰਟਜ਼ ਜਿਹੜਾ ਉਹ ਹੁੰਦਾ 1 ਸਾਈਕਲ ਪਰ ਸੈਕਿੰਡ। 1 hertz is equal to 1 cycle per second। CPS cycle per second। और कल्ले असी सैकेंड पर सैकेंड भी लिखते हैं। पर सैकेंड देखो हुण पर जिहड़ा असी शब्द लिखते हैं नैगेटिव दे विच उहनूं असी नैगेटिव पर तुसीं पहले छोटिया क्लासां च लाइन पा के करते सी, हुण लाइन नहीं पानी। पर सैकेंड का मतलब होंदा नैगेटिव 1। सैकेंड सीधा होया तो सीधा सैकेंड है, पर सैकेंड है। साइकिल, साइकिल का मतलब है एक पॉइंट से फिर दोबारा उस पॉइंट के उत्ते आना, दैट इज साइकिल पर सैकेंड।
the number of times a wave passes a given point in 1 second, 1 ਸੈਕਿੰਡ ਦੇ ਵਿੱਚ ਵੇਵ ਕਿੰਨੀ ਵਾਰੀ ਜਿਹੜੀ ਹੈ ਉਹ ਇੱਕ ਪਾਰਟਿਕੂਲਰ ਪੁਆਇੰਟ ਤੋਂ ਲੰਘਦੀ ਹੈ, that is per second, that is frequency. wavelength भी होगी, frequency होगी. Third character is amplitude. Sorry, velocity. Third character is velocity. ਇਹਨੂੰ small c ਦੇ ਨਾਲ represent ਕੀਤਾ ਜਾਂਦਾ ਹੈ, small c ਦੇ ਨਾਲ. Here is velocity of light. Velocity of light ਜਿਹੜੀ ਹੈ distance traveled by wave in 1 second. This is velocity of light is distance traveled by wave in 1 second. 1 second ਦੇ ਵਿੱਚ ਜਿਹੜਾ distance cover ਕਰਦਾ, that is velocity. velocity ਬਾਰੇ ਤੁਸੀਂ ਥੋੜਾ ਪਤਾ ਪੜ੍ਹਿਆ ਵੀ ਹੋਏਗਾ, ਠੀਕ ਹੈ. ਇਹਦੇ 'ਚ distance ਦੀ ਗੱਲ ਹੋ ਰਹੀ ਹੈ, distance meters ਦੇ ਵਿੱਚ ਹੁੰਦਾ ਹੈ, in 1 second meter per second. ਇਹਦੇ ਯੂਨਿਟ ਜਿਹੜੇ ਹੁੰਦੇ meter per second. ਦੇਖੋ velocity of light ਜਿਹੜੀ ਹੈ ਇਹ ਬਹੁਤ ਫਾਸਟ ਹੁੰਦੀ ਹੈ, ਬਹੁਤ ਜ਼ਿਆਦਾ. ਅਸੀਂ ਉਹਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਉਹ ਕਿੰਨੀ ਜ਼ਿਆਦਾ ਹੋਏਗੀ. ਇਹਦੀ ਵੈਲਿਊ ਤੁਹਾਨੂੰ ਯਾਦ ਰੱਖਣੀ ਪਏਗੀ, that is velocity of light c is equal to 3 into 10 raised to power 8 meter per second. ਇਹ ਬਹੁਤ ਜ਼ਿਆਦਾ ਹੈ, ਬਹੁਤ ਹੀ ਜ਼ਿਆਦਾ ਹੈ. 3 into 10 raised to power 8 meter per second. ਜੇ ਤੁਸੀਂ ਕਿਲੋਮੀਟਰ ਦੇ ਵਿੱਚ ਵੀ ਬਣਾਉਣਾ ਹੋ, ਤੈਨੂੰ ਕਿਲੋਮੀਟਰ 'ਚ ਵੀ ਜੇ ਤੁਸੀਂ ਮੰਨ ਲਓ ਕਨਵਰਟ ਕਰਦੇ ਹੋ, ਤੇ ਇਹ ਬਹੁਤ ਜ਼ਿਆਦਾ ਵੈਲਿਊ ਬਣ ਜਾਂਦੀ ਹੈ. 1 ਸੈਕਿੰਡ ਦੇ ਵਿੱਚ ਲਾਈਟ ਜਿਹੜੀ ਹੈ ਇੰਨੀ ਤੇਜ਼ੀ ਨਾਲ ਟਰੈਵਲ ਕਰਦੀ ਹੈ. ਇੱਥੋਂ ਤੁਸੀਂ ਅੰਦਾਜ਼ਾ ਲਗਾਓ ਕਿ ਜਦੋਂ ਸਨਰਾਈਜ਼ ਹੁੰਦਾ, ਜਦੋਂ ਸੂਰਜ ਉੱਗਦਾ, ਜਦੋਂ ਦਿਨ ਚੜ੍ਹਦਾ, ਉਸ ਵੇਲੇ ਜਿਹੜੀ ਪਹਿਲੀ ਰੇ ਆਫ ਲਾਈਟ ਅਰਥ ਤੱਕ ਪਹੁੰਚਦੀ ਹੈ, ਉਹਨੂੰ 7.5 ਮਿੰਟ ਲੱਗਦੇ. 7.5 ਮਿੰਟ ਦੇ ਵਿੱਚ ਫਸਟ ਰੇ ਆਫ ਲਾਈਟ ਜਿਹੜੀ ਆ ਉਹ ਅਰਥ ਨੂੰ ਸਟਰਾਈਕ ਕਰਦੀ ਹੈ ਜਾਂ ਅਰਥ ਤੱਕ ਪਹੁੰਚਦੀ ਹੈ. ਅਤੇ ਦੇਖੋ ਸਨ ਦਾ ਸਾਈਜ਼ ਕਿੰਨਾ ਜ਼ਿਆਦਾ ਹੈ, ਕਾਫੀ ਜ਼ਿਆਦਾ. ਅਸੀਂ ਸਿੱਧਾ ਦੇਖ ਸਕਦੇ ਹਾਂ ਸਨ ਦਾ ਸਾਈਜ਼ ਐਜ਼ ਕੰਪੇਅਰ ਟੂ ਜੇ ਅਸੀਂ ਸਟਾਰਸ ਦੀ ਗੱਲ ਕਰੀਏ ਤਾਂ ਸਨ ਦਾ ਸਾਈਜ਼ ਉਹਦੇ ਨਾਲ ਬਹੁਤ ਵੱਡਾ ਹੈ. ਅਤੇ ਲਾਈਟ ਦੀ ਸਪੀਡ ਜਿਹੜੀ ਹੈ ਉਹ 3 into 10 raised to power 8 ਮੀਟਰ ਪਰ ਸੈਕਿੰਡ. ਮਤਲਬ ਇੰਨੀ ਜ਼ਿਆਦਾ ਲਾਈਟ ਤੇਜ਼ੀ ਨਾਲ ਲੰਘਦੀ ਹੈ, ਇੰਨੀ ਜ਼ਿਆਦਾ ਤੇਜ਼ੀ ਨਾਲ ਟਰੈਵਲ ਕਰਦਿਆਂ ਹੋਇਆ ਆਉਂਦੀ ਹੈ, ਫਿਰ ਵੀ 7.5 ਮਿੰਟ ਲੱਗ ਜਾਂਦੇ ਨੇ. ਇਟ ਮੀਨ ਡਿਸਟੈਂਸ ਜਿਹੜਾ ਬਹੁਤ ਜ਼ਿਆਦਾ ਹੈ. ਜੇ ਸਨ ਦਾ ਡਿਸਟੈਂਸ ਇੰਨਾ ਜ਼ਿਆਦਾ ਅਤੇ ਸਟਾਰਸ ਦਾ ਡਿਸਟੈਂਸ ਕਿੰਨਾ ਹੋਏਗਾ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ. ਔਰ ਇਹੀ ਰੀਜ਼ਨ ਹੈ ਅੱਜ ਕੱਲ੍ਹ ਜਿਸ ਤਰ੍ਹਾਂ ਬਰਸਾਤ ਦਾ ਮੌਸਮ ਚੱਲ ਰਿਹਾ, ਤੁਸੀਂ ਥੰਡਰ ਸਟੋਰਮਸ, ਜਦੋਂ ਬੱਦਲ ਗਰਜਦਾ ਉਦੋਂ ਬਿਜਲੀ ਦੀ ਚਮਕ ਪਹਿਲੇ ਨਜ਼ਰ ਆਉਂਦੀ ਹੈ. ਜਿਹੜੀ ਬੱਦਲਾਂ ਦੀ ਜਿਹੜੀ ਥੰਡਰਿੰਗ ਜਿਹੜੀ ਹੈ ਜਾਂ ਬੱਦਲਾਂ ਦੀ ਜਿਹੜੀ ਗਰਗਰਾਹਟ ਹੈ ਉਹ ਲੇਟ ਸੁਣਾਈ ਦਿੰਦੀ ਹੈ. ਰੀਜ਼ਨ ਕੀ ਹੈ ਕਿ ਲਾਈਟ ਦੀ ਵੈਲੋਸਿਟੀ ਬਹੁਤ ਜ਼ਿਆਦਾ, ਉਹ ਟਰੈਵਲ ਦੋਨੋਂ ਕੰਮ ਜਿਹੜੇ ਨੇ ਉਹ ਉਸੇ ਵੇਲੇ ਹੋ ਰਹੇ ਨੇ, ਉਸੇ ਇੰਸਟੈਂਟ ਆਫ ਟਾਈਮ ਦੇ ਉੱਤੇ ਹੋ ਰਹੇ ਨੇ. ਬਿਜਲੀ ਵੀ ਉਸੇ ਵੇਲੇ ਜਿਹੜੀ ਹੈ, ਲਾਈਟਨਿੰਗ ਵੀ ਉਸੇ ਵੇਲੇ ਹੋ ਰਹੀ ਹੈ, ਥੰਡਰਿੰਗ ਵੀ ਉਸੇ ਵੇਲੇ ਹੋ ਰਹੀ ਹੈ. ਪਰ ਲਾਈਟਨਿੰਗ ਸਾਨੂੰ ਪਹਿਲੇ ਨਜ਼ਰ ਆ ਜਾਂਦੀ ਹੈ, ਉਸ ਤੋਂ ਬਾਅਦ ਥੰਡਰਿੰਗ ਹੁੰਦੀ. ਉਹ ਸਾਊਂਡ ਵੇਵ ਵੀ ਜਿਹੜੀ ਆ ਉਹ ਏਅਰ ਦੇ ਵਿੱਚੋਂ ਟਰੈਵਲ ਕਰਦੇ ਹੋਇਆ ਆਉਂਦੀ ਹੈ, ਜਿਹੜੀ ਸਾਡੇ ਕੰਨਾਂ ਤੱਕ ਪਹੁੰਚਦੀ ਹੈ, ਉਹ ਲੇਟ ਪਹੁੰਚਦੀ ਹੈ, ਠੀਕ ਹੈ. ਪਰ ਲਾਈਟ ਜਿਹੜੀ ਆ ਉਹਦੀ ਵੈਲੋਸਿਟੀ ਬਹੁਤ ਜ਼ਿਆਦਾ, ਜਿਹਦੇ ਕਰਕੇ ਸਾਨੂੰ ਪਹਿਲੇ ਉਹ ਦਿਖਾਈ ਦੇ ਜਾਂਦੀ ਹੈ. ਚਲੋ ਇਹ ਮੈਂ ਤੁਹਾਨੂੰ ਵੈਸੇ ਹੀ ਦੱਸ ਦਿੱਤਾ. ਤੁਸੀਂ ਵੈਲਿਊ ਜਿਹੜੀ ਉਹ ਯਾਦ ਰੱਖਣੀ ਹੈ, 3 into 10 raised to power 8 ਮੀਟਰ ਪਰ ਸੈਕਿੰਡ. ਇਹ 3 ਮੇਨ ਜਿਹੜੇ ਨੇ ਉਹ ਕਰੈਕਟਰ ਨੇ. ਇਹਨਾਂ ਤੋਂ ਇਲਾਵਾ ਇੱਕ ਹੋਰ ਕਰੈਕਟਰ ਜਿਹੜਾ ਕਿ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸਿਆ, that is amplitude. fourth character ਤੁਸੀਂ ਦੇਖ ਸਕਦੇ ਹੋ, amplitude. ਇਹਨੂੰ ਤੁਸੀਂ A ਨਾਲ ਰਿਪਰੈਜ਼ੈਂਟ ਕਰਦੇ, ਸਮਾਲ a ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ. amplitude is the height of crest, is the height of crest or depth of trough.
ਇਹਦੀ ਹਾਈਟ ਹੈ ਜਾਂ ਇਹਦੀ ਡੈਪਥ ਹੈ ਐਂਪਲੀਟਿਊਡ ਇਹਨੂੰ ਵੀ ਅਸੀਂ ਐਂਪਲੀਟਿਊਡ ਹੀ ਮੰਨਾਂਗੇ, ਪਰ ਇਹ ਡੈਪਥ ਵਿੱਚ ਆ ਜਾਂਦਾ, ਠੀਕ ਹੈ। ਇਹ ਜਿਹੜਾ ਹਾਈਟ ਵਿੱਚ ਆ ਗਿਆ ਐਂਪਲੀਟਿਊਡ ਜਿੰਨਾ ਜ਼ਿਆਦਾ ਹੋਏਗਾ ਵੇਵ ਉਹਦੇ ਸਲੋ ਟਰੈਵਲ ਕਰਦੀ ਹੈ, ਜਿੰਨਾ ਐਂਪਲੀਟਿਊਡ ਘੱਟ ਹੋਏਗਾ ਵੇਵ ਜਲਦੀ ਟਰੈਵਲ ਜਿਹੜੀ ਉਹ ਕਰੇਗੀ ਐਂਪਲੀਟਿਊਡ, ਠੀਕ ਹੈ। ਨੈਕਸਟ ਜਿਹੜਾ ਆ ਜਾਂਦਾ ਕਰੈਕਟਰ that is wave number। ਵੇਵ ਨੰਬਰ ਇਹਨੂੰ ਨਿਊ ਬਾਰ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਨਿਊ ਪਾ ਕੇ ਉਹਦੇ ਉੱਤੇ ਲਾਈਨ ਲਗਾ ਦਿੱਤੀ ਜਾਂਦੀ, ਉਹਨੂੰ ਬਾਰ ਕਹਿੰਦੇ ਆ। the number of wave present in 1 centimeter length, wave number is the number of waves present in 1 centimeter length। एक सेंटीमीटर लेंथ ਦੇ ਵਿੱਚ ਕਿੰਨੀਆਂ ਵੇਵਸ ਨੇ ਉਹਨੂੰ ਅਸੀਂ ਕਹਿੰਦੇ ਵੇਵ ਨੰਬਰ। ਇਟ ਇਜ਼ ਰਿਪਰੈਜ਼ੈਂਟਡ ਬਾਈ ਨਿਊ ਬਾਰ। ਔਰ ਇਹ ਯਾਦ ਰੱਖੋ ਨਿਊ ਬਾਰ is equal to 1 by lambda ਹੁੰਦਾ ਹੈ। this is reciprocal, we can say a reciprocal of wavelength ਦਾ reciprocal। ਇਹ 5 ਕਰੈਕਟਰ ਨੇ ਜਿਹੜੇ ਕਿ ਤੁਸੀਂ ਯਾਦ ਰੱਖਣੇ। ਪਹਿਲਾ ਕਰੈਕਟਰ ਸੀਗਾ wavelength, distance between two crests or two troughs, ਠੀਕ ਹੈ। ਮੀਟਰਸ ਦੇ ਵਿੱਚ ਉਹਦਾ ਜਿਹੜਾ ਉਹ ਯੂਨਿਟ ਦੇ ਮੀਟਰਸ ਦੇ ਵਿੱਚ ਨੇ। ਮੀਟਰਸ ਦੇ ਵਿੱਚ ਅੱਗੇ ਐਂਗਸਟ੍ਰੋਮ ਹੋ ਸਕਦੇ ਆ, ਨੈਨੋਮੀਟਰ ਹੋ ਸਕਦੇ ਆ, ਪਿਕੋਮੀਟਰ ਹੋ ਸਕਦੇ ਆ, ਠੀਕ ਹੈ। ਇਹਦੇ ਚੋਂ ਅੱਗੇ ਜਿਹੜਾ ਦੂਜਾ ਕਰੈਕਟਰ ਸੀਗਾ ਦੈਟ ਵਾਜ਼ ਫ੍ਰੀਕੁਐਂਸੀ। 1 ਸੈਕਿੰਡ ਦੇ ਵਿੱਚ 1 ਪੁਆਇੰਟ ਤੋਂ ਜਿੰਨੀ ਵਾਰੀ ਵੇਵ ਲੰਘਦੀ ਹੈ ਦੈਟ ਇਜ਼ ਇਟਸ ਫ੍ਰੀਕੁਐਂਸੀ। ਦੈਨ velocity of light 3 into 10⁸ meter per second, ਇਹ ਵੀ ਯੂਜ਼ ਹੋਏਗੀ। ਐਂਪਲੀਟਿਊਡ, height of crest or depth of trough represented by A। wave number is reciprocal means ulat, reciprocal of wavelength and it is waves present in 1 second, 1 centimeter length। 1 centimeter length ਦੇ ਵਿੱਚ ਕਿੰਨੀਆਂ waves ਨੇ that is wave number। ਇਹ ਨੰਬਰ ਹੈ, ਇਹਦਾ ਕੋਈ ਯੂਨਿਟ ਨਹੀਂ ਹੁੰਦਾ, ਠੀਕ ਹੈ। ਇਹਦੇ 'ਚ ਜਿਹੜਾ ਅੱਗੇ ਆ ਜਾਂਦਾ ਹੈ ਵੇਵ ਨੰਬਰ, ਸੌਰੀ ਯੂਨਿਟ ਇਹਦੇ ਜਿਹੜੇ ਨੇ ਇਹਦੇ ਸੈਂਟੀਮੀਟਰ, ਮੀਟਰ ਪਰ ਸੈਂਟੀਮੀਟਰ, ਇਹਦੇ ਪਰ ਸੈਂਟੀਮੀਟਰ ਯੂਨਿਟ ਦੇ ਜਿਹੜੇ ਨੇ ਪਰ ਸੈਂਟੀਮੀਟਰ ਹੁੰਦੇ, ਯਾਦ ਰੱਖੋ ਵੇਵ ਨੰਬਰ ਦੈਟ ਇਜ਼ ਪਰ ਸੈਂਟੀਮੀਟਰ। ਅੱਗੇ ਆ ਜਾਂਦਾ ਹੈ ਰਿਲੇਸ਼ਨਸ਼ਿਪ ਬਿਟਵੀਨ characters of light। मैं सारा रब कर दूँगा। Relationship between characters of electromagnetic radiation। ਇਹਨਾਂ ਦਾ ਰਿਲੇਸ਼ਨਸ਼ਿਪ ਕਾਫੀ ਮਸ਼ਹੂਰ ਵੀ ਹੈ, ਇੰਪੋਰਟੈਂਟ ਵੀ ਹੈ। ਇਹ ਉਹਨਾਂ ਦੇ ਬੇਸਡ ਅਪਨ ਛੋਟੇ ਛੋਟੇ ਨਿਊਮੈਰੀਕਲਸ ਵੀ ਜਿਹੜੇ ਨੇ ਉਹ ਆ ਜਾਂਦੇ ਨੇ, ਅਸੀਂ ਉਹ ਕਰਨੇ। ਤੁਸੀਂ ਯੂਨੀਵਰਸਲੀ ਇਹਦਾ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਯਾਦ ਰੱਖਣਾ। ਇਹ ਵੈਲੋਸਿਟੀ ਨਾਲ ਰਿਲੇਟਡ ਹੁੰਦਾ ਹੈ ਕਿ ਵੈਲੋਸਿਟੀ ਇਜ਼ ਇਕੁਅਲ ਟੂ ਵੇਵਲੈਂਥ ਇਨਟੂ ਫ੍ਰੀਕੁਐਂਸੀ। C is equal to wavelength into frequency। C पता ही है velocity of light, lambda is wavelength, nu is frequency।
ਇਹਨਾਂ ਦਾ ਰਿਲੇਸ਼ਨਸ਼ਿਪ ਯੂਨੀਵਰਸਲ ਹੈ, ਇਹਨੂੰ ਤੁਸੀਂ ਯਾਦ ਰੱਖਣਾ। ਇਹ ਤੋਂ ਅਸੀਂ ਵੇਵਲੈਂਥ ਵੀ ਕੱਢ ਸਕਦੇ ਹੋ, ਵੇਵਲੈਂਥ ਵੀ ਇਕੁਅਲ ਟੂ C ਓਵਰ ਨਿਊ। ਇਹ ਤੋਂ ਤੁਸੀਂ ਫ੍ਰੀਕੁਐਂਸੀ ਵੀ ਕੱਢ ਸਕਦੇ ਹੋ, ਫ੍ਰੀਕੁਐਂਸੀ ਇਜ਼ ਇਕੁਅਲ ਟੂ C ਓਵਰ ਲੈਮਡਾ। ਠੀਕ ਹੈ, ਇਹ ਕਰੈਕਟਰ ਜਿਹੜੇ ਨੇ ਇੱਕ ਦੂਸਰੇ ਨਾਲ ਰਿਲੇਟਡ ਨੇ, ਇਹਨਾਂ ਨੂੰ ਅੱਛੀ ਤਰ੍ਹਾਂ ਥੋੜ੍ਹਾ ਜਿਹਾ ਧਿਆਨ 'ਚ ਰੱਖਿਓ, ਕਿਉਂਕਿ ਜਿਹੜੇ ਨੂਮੈਰੀਕਲਸ ਨੇ ਉਹ ਇਹਨਾਂ ਦੇ ਬੇਸਡ ਅਪੋਨ ਕਿ ਕਿਧਰੇ ਫ੍ਰੀਕੁਐਂਸੀ ਕੱਢਣੀ ਹੋਏਗੀ, ਕਿਧਰੇ ਵੇਵਲੈਂਥ ਕੱਢਣੀ ਹੋਏਗੀ। ਠੀਕ ਹੈ, ਇਹਦੇ 'ਚ ਨੈਕਸਟ ਪੋਰਸ਼ਨ ਜਿਹੜਾ ਹੈ ਉਹ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਦੇ ਨਾਲ ਰਿਲੇਟਡ ਹੈ। ਇਲੈਕਟ੍ਰੋਮੈਗਨੈਟਿਕ ਸਪੈਕਟਰਮ ਦੇ ਬਾਰੇ ਮੈਂ ਤੁਹਾਨੂੰ ਇੰਟਰੋਡਿਊਸ ਜ਼ਰੂਰ ਕਰਵਾ ਦਾਂਗਾ। ਦੇਖੋ ਸਪੈਕਟਰਮ ਚੀਜ਼ ਕੀ ਹੈ। ਤੁਸੀਂ ਰੇਨੀ ਸੀਜ਼ਨ, ਬਰਸਾਤੀ ਮੌਸਮ, ਜਦੋਂ ਬਹੁਤ ਜ਼ਿਆਦਾ ਬਰਸਾਤ ਪੈ ਜਾਵੇ ਦੁਪਹਿਰ ਦੇ ਵੇਲੇ, ਕਈ ਵਾਰੀ ਸਾਨੂੰ ਰੇਨਬੋ ਨਜ਼ਰ ਆਉਂਦੀ ਹੈ। ਲਾਈਟ ਦੇ ਜਿਹੜੇ ਨੇ 7 ਰੰਗ ਜਿਹੜੇ ਨੇ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ। ਦੈਟ ਇਜ਼ ਸਪੈਕਟਰਮ ਆਫ ਲਾਈਟ ਵੀ ਕੈਨ ਸੇ। ਉਹ ਸਪੈਕਟਰਮ ਦੇ ਵਿੱਚ ਜੋ ਐਨਾਲਾਈਜ਼ ਕਰਕੇ ਅਸੀਂ ਚੀਜ਼ ਕੱਢਦੇ ਹਾਂ ਉਹ ਚੀਜ਼ ਹੁੰਦੀ ਹੈ ਲਾਈਟ। ਵੈਸੇ ਤਾਂ 7 ਰੰਗ ਨਜ਼ਰ ਨਹੀਂ ਆਉਂਦੇ, ਪਰ ਉਦੋਂ ਕੁਝ ਡ੍ਰੌਪਸ ਜਿਹੜੇ ਨੇ ਉਹ ਪ੍ਰਿਜ਼ਮ ਦੀ ਤਰ੍ਹਾਂ ਕੰਮ ਕਰਦੇ ਨੇ, ਜਿਹੜੇ ਕਿ ਐਟਮੋਸਫੀਅਰ ਦੇ ਵਿੱਚ ਰਹਿ ਜਾਂਦੇ ਨੇ। ਆਮ ਤੌਰ 'ਤੇ ਬਰਸਾਤੀ ਮੌਸਮ ਦੇ ਵਿੱਚ ਹੀ ਹੁੰਦਾ ਹੈ, ਕਿਉਂਕਿ ਇਹਦੇ 'ਚ ਹਿਊਮਿਡਿਟੀ ਬਹੁਤ ਜ਼ਿਆਦਾ ਹੁੰਦੀ ਹੈ। ਬਰਸਾਤ ਪੈਣ ਤੋਂ ਬਾਅਦ ਕੁਝ ਜਿਹੜੇ ਨੇ ਰੇਨ ਡ੍ਰੌਪਸ ਜਿਹੜੇ ਨੇ ਉਹ ਐਟਮੋਸਫੀਅਰ ਦੇ ਵਿੱਚ ਰਹਿ ਜਾਂਦੇ ਨੇ। ਜਦੋਂ ਲਾਈਟ ਉਹਨਾਂ ਦੇ ਵਿੱਚੋਂ ਪਾਸ ਹੁੰਦੀ ਹੈ ਤੇ ਇਹ ਆਪਣੇ ਜਿਹੜੇ ਅਸਲੀ ਕਰੈਕਟਰ ਨੇ ਜਾਂ ਜਿਹਨਾਂ ਤੋਂ ਬਣ ਕੇ ਲਾਈਟ, ਇੱਕ ਸਿੰਗਲ ਲਾਈਟ ਜਿਹੜੀ ਹੈ ਉਹ ਤੁਸੀਂ ਆਇਆ ਤਾਂ ਅਸੀਂ ਜੂਨੀਅਰ ਲੈਵਲ ਦੇ ਉੱਤੇ ਪੜ੍ਹੇ ਹੀ ਹੈ ਕਿ ਲਾਈਟ ਦੇ ਜਿਹੜੇ ਨੇ 7 ਰੰਗ ਹੁੰਦੇ ਨੇ। ਵਿਬਗਿਓਰ, ਇਹ ਸਾਰੇ ਹੀ ਤੁਸੀਂ ਪੜ੍ਹ ਜਾਣਦੇ ਹੋ ਵਿਬਗਿਓਰ। ਉਹ 7 ਕਲਰਸ ਜਿਹੜੇ ਨੇ ਉਹ ਬੈਂਡ ਦੀ ਫਾਰਮ ਦੇ ਵਿੱਚ ਨਜ਼ਰ ਆਉਂਦੇ ਨੇ। ਬੈਂਡ ਦਾ ਮਤਲਬ ਹੈ ਕਿ ਇੱਕ ਰੰਗ ਹਲੇ ਇੱਕ ਕਲਰ ਖਤਮ ਨਹੀਂ ਹੋਇਆ ਹੁੰਦਾ, ਦੂਸਰਾ ਕਲਰ ਚਾਲੂ ਹੋ ਜਾਂਦਾ, ਦੂਸਰਾ ਖਤਮ ਨਹੀਂ ਹੋਇਆ ਹੁੰਦਾ, ਤੀਸਰਾ ਕਲਰ ਚਾਲੂ ਹੋ ਜਾਂਦਾ। ਦੈਟ ਇਜ਼ ਅ ਸਪੈਕਟਰਮ। ਇਲੈਕਟ੍ਰੋਮੈਗਨੈਟਿਕ ਸਪੈਕਟਰਮ ਜਿਹੜਾ ਹੈ ਉਹਦੇ ਵਿੱਚ ਲਾਈਟ ਦੇ ਵਿੱਚ ਜਿੰਨੇ ਵੀ ਰੇਡੀਏਸ਼ਨਸ ਉਹਨਾਂ ਦੇ ਅਕੋਰਡਿੰਗ ਟੂ देयर ਫ੍ਰੀਕੁਐਂਸੀ ਐਂਡ ਅਕੋਰਡਿੰਗ ਟੂ देयर ਵੇਵਲੈਂਥ ਪੂਰੀ ਐਕਸਪਲੇਨੇਸ਼ਨ ਆ ਜਾਂਦੀ ਹੈ, ਜਾਂ ਸਾਰਾ ਉਹਦਾ ਪਤਾ ਲੱਗ ਜਾਂਦਾ ਕਿ ਇਹ ਪਰਟੀਕੂਲਰ ਫ੍ਰੀਕੁਐਂਸੀ ਤੇ ਇਹ ਪਰਟੀਕੂਲਰ ਵੇਵਲੈਂਥ ਦੇ ਦਰਮਿਆਨ ਕਿਸ ਟਾਈਪ ਦੀ ਜਿਹੜੀ ਹੈ ਉਹ ਵੇਵ ਆ ਰਹੀ ਹੈ ਜਾਂ ਕਿਸ ਟਾਈਪ ਦੀ ਰੇਡੀਏਸ਼ਨ ਜਿਹੜੀ ਉਹ ਹੈਗੀ ਹੈ। ਜਿਸ ਤਰ੍ਹਾਂ ਜਿਹੜੀ ਜਿਹੜਾ ਵਿਜ਼ੀਬਲ ਰੇਂਜ ਹੁੰਦੀ ਹੈ ਉਹਦੇ 'ਚ ਵਿਬਗਿਓਰ ਸਾਨੂੰ ਪਤਾ ਲੱਗਦਾ ਹੈ। ਐਕਸ ਰੇਜ਼ ਨੇ, ਕਾਸਮਿਕ ਰੇਜ਼ ਨੇ, ਰੇਡੀਓ ਵੇਵਸ ਨੇ, ਗਾਮਾ ਰੇਜ਼ ਨੇ, ਫਿਰ UV ਰੇਡੀਏਸ਼ਨ। UV ਦੇ ਬਾਰੇ ਸਾਰੇ ਜਾਣਦੇ ਹੋ, ਓਜ਼ੋਨ ਲੇਅਰ ਦੇ ਬਾਰੇ ਸਾਰੇ ਜਾਣਦੇ ਹੋ ਕਿ ਓਜ਼ੋਨ ਲੇਅਰ ਦੀ ਡੈਪਲੀਸ਼ਨ ਜਿਹੜੀ ਹੈ ਉਹ ਝਮੋਰੀਆਂ ਪੈਣੀਆਂ ਸ਼ੁਰੂ ਹੋ ਗਈਆਂ, ਅਤੇ ਜਿਹੜੀ ਸਨਲਾਈਟ ਜੇ ਡਾਇਰੈਕਟ ਸਾਡੇ ਤੱਕ ਪਹੁੰਚ ਜਾਵੇ ਅਤੇ ਉਹ UV ਰੇਡੀਏਸ਼ਨਸ ਜਿਹੜੀਆਂ ਨੇ ਉਹ ਸਕਿਨ ਕੈਂਸਰ ਦਾ ਜਿਹੜਾ ਬਾਇਸ ਬਣਦੀਆਂ ਨੇ, ਉਹਨਾਂ ਕਰਕੇ ਹੋਰ ਬੜੀ ਸਕਿਨ ਪ੍ਰੋਬਲਮਸ ਜਿਹੜੀਆਂ ਨੇ ਉਹ ਹੋ ਜਾਂਦੀਆਂ। ਨੈਕਸਟ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਬਾਰੇ ਦੱਸਾਂਗਾ ਕਿ ਇਹਨਾਂ ਦੀਆਂ ਅੱਗੇ ਟਾਈਪਸ ਆ ਜਾਂਦੀਆਂ ਨੇ, ਕਿ ਕਿਸ ਤਰੀਕੇ ਨਾਲ ਜਿਹੜੀ ਰੇਡੀਏਸ਼ਨ ਹੈ ਉਹਨੂੰ ਐਨਾਲਾਈਜ਼ ਕੀਤਾ ਗਿਆ। ਅਤੇ ਇਹਦੇ ਕੁਝ ਨੂਮੈਰੀਕਲਸ ਨੇ, ਉਹ ਮੈਂ ਨੂਮੈਰੀਕਲਸ ਤੁਹਾਨੂੰ ਜਿਹੜੀ ਐਕਸਰਸਾਈਜ਼ ਸੈਂਡ ਕਰਾਂਗਾ, ਤੁਸੀਂ ਉਹਨਾਂ ਨੂਮੈਰੀਕਲਸ ਨੂੰ ਕਰਨ ਦੀ ਕੋਸ਼ਿਸ਼ ਕਰਨਾ। ਠੀਕ ਹੈ, ਅੱਜ ਦਾ ਲੈਕਚਰ ਬਸ ਇੰਨਾ ਹੀ ਹੈ। ਅੱਜ ਦਾ ਲੈਕਚਰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਥੋੜ੍ਹਾ ਨਾਲ ਕੰਮ ਕਰੀ ਜਾਓ। ਲੈਸਨ ਜਿਹੜਾ ਉਹ ਕਾਫੀ ਅੱਗੇ ਇੰਟਰਸਟਿੰਗ ਹੈ, ਪਰ ਥੋੜ੍ਹਾ ਟੈਕਨੀਕਲ ਅੱਗੇ ਜਾਈ ਜਾਣਾ, ਕਿ ਥੋੜ੍ਹਾ ਮੁਸ਼ਕਿਲ ਹੋ ਹੀ ਜਾਏਗਾ। ਪਰ ਲੇਕਿਨ ਜੇ ਤੁਸੀਂ ਕੰਟੀਨਿਊਸ ਰੱਖੋਗੇ ਜਾਂ ਆਪਣੀ ਕੰਟੀਨਿਊਟੀ ਬਣਾ ਕੇ ਰੱਖੋਗੇ ਤਾਂ ਇਹਦੇ 'ਚ ਕੋਈ ਮੁਸ਼ਕਿਲ ਨਹੀਂ ਹੈ। ਠੀਕ ਹੈ, ਇਹਦੇ ਮੈਂ ਜਿਹੜੇ ਨੋਟ ਜਿਹੜੇ ਇਹਦੇ ਨੂਮੈਰੀਕਲਸ ਨੇ ਵਿਦ ਰਿਲੇਟਡ ਵਿਦ ਦਿਸ, ਇਹ 3 ਰਿਲੇਸ਼ਨ ਜਿਹੜੇ ਬਣਦੇ ਪਏ ਨੇ, ਇਹਨਾਂ ਰਿਲੇਟਡ ਜਿਹੜੇ ਨੂਮੈਰੀਕਲਸ ਨੇ ਉਹ ਮੈਂ ਤੁਹਾਨੂੰ ਵਿਦ ਹਿੰਟਸ ਜਿਹੜੇ ਨੇ ਉਹ ਸੈਂਡ ਕਰਾਂਗਾ, ਤੁਸੀਂ ਉਹ ਜ਼ਰੂਰ ਅਟੈਂਪਟ ਕਰਨਾ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ।